ਵਾਹਿਗੁਰੂ ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਸਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। आपन किया नानका, आपे ही फिर जाप। आपन किया नानका, आपे ही फिर जाप। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਾਂ ਦੀ ਸਾਜੀ ਔਰ ਨਿਵਾਜੀ ਸਾਧ ਸੰਗਤ ਜੀ, ਗੁਰੂ ਕੇ ਪਿਆਰੇ ਗੁਰਸਿੱਖ ਸਹਿਬਾਨ ਜੀ, ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਦਾ ਮੀਂਹ ਵਰਸਾ ਰਹੇ ਹਨ। ਜੋ ਲੜੀਵਾਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਵਿਚਾਰ ਸਤਿਗੁਰੂ ਆਪ ਵਿਚਾਰ ਸਹਿਤ ਸੇਵਾ ਲੈ ਰਹੇ ਹਨ। ਪਿੱਛੇ ਜੋ ਸਾਡੀ 20 ਅਸ਼ਟਪਦੀਆਂ ਤੱਕ ਸਤਿਗੁਰਾਂ ਵਿਚਾਰ ਆਪ ਵਿੱਚ ਸਹਾਈ ਹੋ ਕਰਕੇ ਕਰਵਾਈ ਹੈ, ਸੋ ਆਓ ਅੱਜ 21ਵੀਂ ਅਸ਼ਟਪਦੀ ਦਾ 21ਵਾਂ ਸ਼ਲੋਕ ਅਸੀਂ ਸਰਵਣ ਕੀਤਾ ਹੈ। ਸੋ ਇਸ ਸ਼ਲੋਕ ਵਿੱਚ ਸਤਿਗੁਰੂ ਜੀ ਉਸ ਪਰਮੇਸ਼ਰ ਦੇ ਗੁਣ ਸਿਫਤ ਸਲਾਹ ਦੱਸ ਰਹੇ ਹਨ। ਸ਼ਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਸਤਿਗੁਰੂ ਜੀ ਫਰਮਾਉਂਦੇ ਹਨ, ਇਹ ਭਾਈ ਸਰਗੁਣ ਨਿਰਗੁਣ ਨਿਰੰਕਾਰ ਜੋ ਪਰਮੇਸ਼ਰ ਹੈ ਨਾ, ਨਾਇਕੀ ਆਕਾਰਾਂ ਤੋਂ ਰਹਿਤ, ਉਹ ਤਿੰਨਾਂ ਗੁਣਾਂ ਤੋਂ ਅਤੀਤ ਹੈ। ਨਿਰਗੁਣ ਅਤੇ ਸੁਨ ਅਫੁਰ ਰੂਪ ਵੀ ਆਪ ਹੈ ਅਤੇ ਸਰਗੁਣ ਸਰੂਪ ਉਹ ਆਪ ਹੀ ਸਮਾਧੀ ਲਾਉਣ ਵਾਲਾ ਹੈ। ਜਿਵੇਂ ਸਤਿਗੁਰੂ ਫਰਮਾਉਂਦੇ ਨਾ, ਕੇਤੇ ਜੁਗ ਵਰਤੈ ਗੁਬਾਰੈ, ਤਾੜੀ ਲਾਈ ਅਪਰ ਅਪਾਰੈ। ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਕਿ ਸਮਾਧੀ ਲਾਉਣ ਵਾਲਾ ਵੀ ਨਿਰੰਕਾਰ ਜੋ ਨਿਰਗੁਣ ਅਫੁਰ ਹੈ, ਉਹ ਸਰਗੁਣ ਸਰੂਪ ਧਾਰ ਕੇ ਪਰਲੋ ਕਰ ਲਏਗਾ। ਉਦੋਂ ਸਮਾਧੀ ਲਾ ਕੇ ਵੀ ਆਪ ਹੀ ਬੈਠਣ ਵਾਲਾ ਹੈ। ਨਿਰਗੁਣ ਨਿਰੰਕਾਰ ਹੈ, ਸੁਨ ਅਫੁਰ ਰੂਪ ਹੈ, ਉਹਦੇ 'ਚ ਕਿਸੇ ਪ੍ਰਕਾਰ ਦਾ ਫੁਰਨਾ ਨਹੀਂ ਅਤੇ ਸਾਰੇ ਜਗਤ ਨੂੰ ਰਚ ਕੇ ਫਿਰ ਲੀਨ ਕਰਨ ਵਾਲਾ ਸਰਗੁਣ ਸਰੂਪ ਵੀ ਆਪ ਹੈ। ਆਪੇ ਆਪ ਹੈ। ਜਦੋਂ ਸਮਾਧੀ ਜੁੜ ਜਾਵੇ ਚਿੱਤ ਬਿਰਤੀ 'ਚ, ਉਦੋਂ ਨਿਰਗੁਣ ਸਰੂਪ ਸਰਗੁਣ ਇੱਕੋ ਹੀ ਸਰੂਪ ਹੈ। ਮਾਇਆ ਸਫਲੀ ਕਰਕੇ ਉਸ ਨੂੰ ਸਰਗੁਣ ਕਹੀਦਾ ਹੈ ਤੇ ਤਿੰਨਾਂ ਗੁਣਾਂ ਤੋਂ ਅਤੀਤ ਹੋਣੇ ਕਰਕੇ ਉਸ ਨੂੰ ਸਰਗੁਣ ਨਿਰੰਕਾਰ ਕਹੀਦਾ ਹੈ ਅਤੇ ਅਫੁਰ ਰੂਪ ਸਮਾਧੀ 'ਚ ਵੀ ਆਪ ਹੀ ਹੈ। ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਆਪ ਹੀ ਸਾਰਾ ਇਹ ਜਗਤ ਵਾਹਿਗੁਰੂ ਨੇ ਰਚਿਆ ਹੈ, ਕੀਤਾ ਹੈ। ਸਤਿਗੁਰੂ ਜੀ ਕਹਿੰਦੇ ਹਨ, ਹੇ ਪਿਆਰਿਆ, ਫਿਰ ਆਪ ਹੀ ਇਹਨਾਂ 'ਤੇ ਜਾਣਨ ਵਾਲਾ ਹੈ। ਆਪ ਹੀ ਜਗਤ ਨੂੰ ਰਚਿਆ ਹੈ, ਆਪ ਹੀ ਆਪਣੇ ਆਪ ਨੂੰ ਜਾਣਦਾ ਹੈ, ਆਪਣੇ ਜਾਪ ਨੂੰ ਆਪ ਹੀ ਜਪਦਾ ਹੈ। ਅੱਗੇ ਇਸ ਸ਼ਲੋਕ ਦੀ ਸਾਰੀ ਜੋ ਵਿਆਖਿਆ ਹੈ, ਅਰਥ ਭਾਵ ਹੈ, ਉਹ ਇਸ ਅਸ਼ਟਪਦੀ ਦੇ ਵਿੱਚ ਸਤਿਗੁਰੂ ਜੀ ਫਰਮਾ ਰਹੇ ਹਨ। ਅਸ਼ਟਪਦੀ। ਜਬ ਆਕਾਰ ਇਹ ਕਛ ਨਾ ਦ੍ਰਿਸ਼ਟੇਤਾ। ਸਾਧ ਸੰਗਤ ਜੀ, ਪਰਲੋ ਇਸ ਪ੍ਰਕਾਰ ਆਉਂਦੀ, ਇੱਕ ਤਾਂ ਨਿਤ ਪਰਲੋ, ਇੱਕ ਨਿਮਿਤ ਪਰਲੋ ਹੈ, ਇੱਕ ਪ੍ਰਾਕ੍ਰਿਤਕ ਪਰਲੋ ਹੈ, ਇੱਕ ਮਹਾਂ ਪਰਲੋ ਹੈ, ਇੱਕ ਗਿਆਨ ਪਰਲੋ ਹੈ, 5 ਪ੍ਰਕਾਰ ਦੀ ਪਰਲੋ ਹੈ।
ਨਿਤ ਪਰਲੋ ਜਦੋਂ ਅਸੀਂ ਸੌਂ ਜਾਂਦੇ ਹਾਂ ਉਦੋਂ ਸਾਨੂੰ ਕੋਈ ਹੋਸ਼ ਨਹੀਂ ਰਹਿੰਦੀ। ਚਾਹੇ ਕੋਈ ਪੱਗ ਚੁੱਕ ਲਏ, ਜੁੱਤੀ ਚੁੱਕ ਕੇ ਲੈ ਜਾਏ, ਕੋਈ ਚੀਜ਼ ਕੋਲੋਂ ਲੈ ਜਾਏ, ਕੋਈ ਪਤਾ ਨਹੀਂ। ਇਹ ਨਿਤ ਦੀ ਪਰਲੋ ਹੈ ਜਦੋਂ ਅਸੀਂ ਸੌਂ ਜਾਂਦੇ ਹਾਂ। ਨਿਮਿਤ ਪਰਲੋ ਜਦੋਂ ਪਰਾਲਬਧ ਰੂਪੀ ਹੋ ਜਾਂਦੀ ਹੈ ਉਦੋਂ ਸਰੀਰ ਛੱਡ ਜਾਈਦਾ ਹੈ। ਇਸ ਦਾ ਨਾਮ ਨਿਮਿਤ ਪਰਲੋ ਹੈ। ਇੱਕ ਪ੍ਰਕਾਰ ਪ੍ਰਾਕਿਰਤਕ ਪਰਲੋ ਜਦੋਂ ਬ੍ਰਹਮਾ ਜੀ ਦਾ ਦਿਨ ਗੁਜ਼ਰ ਜਾਂਦਾ ਹੈ, ਬ੍ਰਹਮਾ ਸੌਂ ਜਾਂਦਾ ਹੈ ਰਾਤ ਨੂੰ, ਉਸ ਵੇਲੇ ਕਦੇ ਪਾਣੀ ਦੀ ਪਰਲੋ, ਕਦੇ ਅਗਨੀ ਦੀ ਪਰਲੋ, ਇਉਂ ਤੱਤਾਂ ਦੀ ਪਰਲੋ ਜਿਹੜੀ ਹੁੰਦੀ ਰਹਿਣੀ ਹੈ। ਬ੍ਰਹਮਾ ਦਾ ਜਦੋਂ ਦਿਨ ਚੜ੍ਹਦਾ ਹੈ ਜਗਤ ਨੂੰ ਰਚਣ ਲੱਗ ਜਾਂਦਾ ਹੈ। ਜਦੋਂ ਰਾਤ ਹੁੰਦੀ ਹੈ ਪਰਲੋ ਕਰ ਦਿੰਦਾ ਹੈ। ਇਹ ਪ੍ਰਾਕਿਰਤਕ ਪਰਲੋ ਕਹਾਉਂਦੀ ਹੈ। ਮਹਾਪਰਲੋ ਜਦੋਂ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਤਿੰਨਾਂ ਦੀਆਂ ਉਮਰਾਂ ਪੂਰੀਆਂ ਹੋ ਜਾਂਦੀਆਂ ਹਨ, ਉਸ ਵੇਲੇ ਅੰਤਰਜਾਮੀ ਇਸ ਸਾਰੀ ਰਚਨਾ ਦੇ ਤਾਈਂ ਜਿਵੇਂ ਕੋਈ ਮਦਾਰੀ ਆਪ ਦੀਆਂ ਸਾਰੀਆਂ ਚੀਜ਼ਾਂ ਨੂੰ ਝੋਲੀ 'ਚ ਪਾ ਲੇ, ਐਂ ਆਪ ਦੀ ਇੱਛਾ ਰੂਪੀ ਝੋਲੀ 'ਚ ਪਾ ਕੇ ਸਾਰੇ ਜਗਤ ਦੀ ਪਰਲੋ ਕਰ ਲੈਂਦਾ ਹੈ। ਉਹ ਇੱਕੋ ਇੱਕ ਆਪ ਰਹਿ ਜਾਂਦਾ ਹੈ। ਉਹਦਾ ਨਾਮ ਮਹਾਪਰਲੋ ਹੈ। ਉਦੋਂ ਕੋਈ ਰਚਨਾ ਨਹੀਂ ਹੁੰਦੀ ਉਸ ਇੱਕ ਤੋਂ ਬਗੈਰ। ਜਿਸ ਵੇਲੇ ਨਾ ਪੰਜ ਤੱਤ ਹੁੰਦੇ ਆ, ਨਾ ਸੂਖਮ ਤੱਤ ਹੁੰਦੇ ਆ, ਬ੍ਰਹਮਾ, ਵਿਸ਼ਨੂੰ, ਮਹੇਸ਼, ਨਾ ਕੋਈ ਰਚਨਾ ਨਹੀਂ ਹੁੰਦੀ, ਉਹ ਮਹਾਪਰਲੋ ਹੁੰਦੀ ਹੈ। ਇੱਕ ਹੈ ਗਿਆਨ ਪਰਲੋ। ਬ੍ਰਹਮ ਗਿਆਨ ਕਰਕੇ ਸਾਰਾ ਜਿੰਨਾ ਅਗਿਆਨ, ਅਵਿਦਿਆ ਕਰਕੇ ਸੰਸਾਰ ਬਣਿਆ ਹੋਇਆ, ਇਹ ਸਾਰੀ ਬ੍ਰਹਮ ਗਿਆਨ ਕਰਕੇ ਇਹਦੀ ਪਰਲੋ ਹੋ ਜਾਣੀ। ਕੇਵਲ ਇੱਕੋ ਅਦਵੈਤ ਰੂਪ ਨੂੰ ਵੇਖ ਲੈਣਾ, ਇਹ ਸਾਰੀ ਗਿਆਨ ਪਰਲੋ ਹੈ। ਇਸ ਪ੍ਰਕਾਰ ਸਤਿਗੁਰੂ ਜੀ ਫਰਮਾਉਂਦੇ ਹਨ, ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ। ਇਹ ਸੱਚੇ ਪਾਤਸ਼ਾਹ ਉਦੋਂ ਆਕਾਰ ਤਾਂ ਕੋਈ ਰਹਿੰਦਾ ਹੀ ਹੋਣਾ। ਮਹਾਰਾਜ ਸਾਹਿਬ ਕਹਿੰਦੇ, ਇਹ ਸਿੱਖੋ, ਆਕਾਰ ਇਹ ਜਿੰਨਾ ਸਾਰਾ ਪਸਾਰਾ ਬਣਿਆ ਹੋਇਆ ਕੁਛ ਵੀ ਦਿਸਣ 'ਚ ਨਹੀਂ ਆਉਂਦਾ। ਉਦੋਂ ਕਿਹੜਾ ਆਕਾਰ ਕਹੀਏ, ਕੀ ਬਣਿਆ ਹੋਇਆ ਹੈ। ਪਾਪ ਪੁੰਨ ਤਬ ਕਹਤੇ ਹੋਤਾ। ਇਹ ਮਹਾਰਾਜ ਪਾਪ ਪੁੰਨ ਤਾਂ ਰਹਿੰਦੇ ਹੀ ਹੋਣੇ ਆ। ਇਹ ਪਾਪ ਪੁੰਨ ਤਾਂ ਜੰਮਣ ਮਰਨ ਦਾ ਬੀਜ ਹੈ, ਸੋ ਆਪ ਦੱਸੋ। ਹਜ਼ੂਰ ਕਹਿੰਦੇ, ਇਹ ਗੁਰਮੁਖ ਆਕਾਰਾਂ ਕਰਕੇ ਪਾਪ ਹੁੰਦਾ, ਪੁੰਨ ਹੁੰਦਾ, ਮਿਸ਼ਰਤ ਕੰਮ ਹੁੰਦੇ ਆ, ਅੱਧਾ ਪਾਪ ਅੱਧਾ ਪੁੰਨ। ਉਸ ਵੇਲੇ ਜਦੋਂ ਆਕਾਰ ਹੀ ਨਹੀਂ ਸੀ ਦਿਸਣ 'ਚ ਆ ਰਿਹਾ, ਐਸੀ ਗਿਆਨ ਦੀ ਪਰਲੋ ਹੋਈ। ਜਦੋਂ ਆਕਾਰ ਹੀ ਨਹੀਂ ਸੀ ਦਿਸਣ 'ਚ ਆ ਰਿਹਾ, ਐਸੀ ਗਿਆਨ ਦੀ ਪਰਲੋ ਹੋਈ। ਜਦੋਂ ਮਹਾਪਰਲੋ ਕਰ ਲਈ ਕਰਤਾਰ ਨੇ, ਉਦੋਂ ਪਾਪ ਤੇ ਪੁੰਨ ਇਹ ਕਿਹਦੇ ਪਾਸੋਂ ਹੋ ਸਕਣੇ ਸੀ, ਸਰੀਰ ਕਰਕੇ ਹੀ ਹੋਣੇ ਸੀ ਨਾ। ਜਦੋਂ ਸਰੀਰ ਹੈ ਹੀ ਨਹੀਂ ਸੀ ਕੋਈ, ਪਾਪ ਪੁੰਨ ਦਾ ਮਸਲਾ ਹੈ ਵੇਦਾਂ ਸ਼ਾਸਤਰਾਂ ਦੁਆਰਾ ਅਤੇ ਕਰਨ ਵਾਲੇ ਜੀਆਂ ਦਾ ਸੁਭਾਅ ਹੈ ਜਿਹੜਾ, ਇਹ ਕਿੱਥੇ ਹੋ ਸਕਣਾ ਸੀ, ਨਹੀਂ ਹੁੰਦਾ ਸੀ। ਜਬ ਧਾਰੀ ਆਪਨ ਸੁਨ ਸਮਾਦ। ਉਦੋਂ ਮਹਾਰਾਜ ਵੈਰ ਵਿਰੋਧ ਤਾਂ ਹੋਣੇ ਆ। ਹਜ਼ੂਰ ਕਹਿੰਦੇ, ਜਦੋਂ ਆਪ ਉਹ ਪਰਮੇਸ਼ਰ ਸੁਨ ਜੋ ਅਫੁਰ ਰੂਪ ਬ੍ਰਹਮ ਹੈ, ਉਸ ਨੇ ਸਰਗੁਣ ਸਰੂਪ ਤੋਂ ਆਪਣੇ ਨਿਰਗੁਣ ਸਰੂਪ 'ਚ ਸਮਾਧੀ ਧਾਰ ਕੇ ਏਕਤਾ ਪਾਈ ਲੀਨ ਹੋਇਆ। ਅਬ ਬੈਰ ਵਿਰੋਧ ਕਿਸ ਸੰਗ ਕਮਾਤ। ਸਤਿਗੁਰੂ ਜੀ ਦੱਸ ਰਹੇ ਆ, ਉਸ ਵੇਲੇ ਕਿਸੇ ਨਾਲ ਪੁਰਾਣਾ ਵੈਰ ਜਿਵੇਂ ਬਿੱਲੀਆਂ ਤੇ ਚੂਹਿਆਂ ਦਾ ਹੈ, ਕਸਾਈਆਂ ਤੇ ਬੱਕਰਿਆਂ ਦਾ ਹੈ, ਇਹ ਵੈਰ ਹੈ। ਅਤੇ ਵਿਰੋਧ ਕੋਈ ਨਵਾਂ ਝਗੜਾ ਫਸਾਦ ਛੇੜ ਲੈਣਾ, ਇਹ ਕਿਸ ਦੇ ਨਾਲ ਕੋਈ ਕਮਾਉਂਦਾ ਸੀ ਜਦੋਂ ਕਮਾਉਣ ਵਾਲਾ ਹੈ ਹੀ ਨਹੀਂ ਸੀ ਕੋਈ। ਜਬ ਇਸਕਾ ਬਰਨ ਚਿਹਨ ਨ ਜਾਪਤ। ਸਤਿਗੁਰੂ ਜੀ ਦੱਸ ਰਹੇ ਆ, ਭਾਈ ਉਦੋਂ ਮਹਾਰਾਜ ਹਰਖ ਸੋਗ ਤਾਂ ਰਹਿੰਦੇ ਹੀ ਹੋਣੇ ਆ ਜਿਹੜੇ ਹੁਣ ਚੰਬੜਦੇ ਆ। ਜਦੋਂ ਭਾਈ ਇਸ ਜੀਵ ਦਾ ਕੋਈ ਵਰਨ, ਨਾ ਖੱਤਰੀ, ਨਾ ਬ੍ਰਾਹਮਣ, ਨਾ ਸ਼ੂਦ, ਨਾ ਵੈਸ਼, ਨਾ ਚਿੰਨ, ਕੰਠੀ, ਮਾਲਾ, ਰੁਦਰਾਕਸ਼ ਆਦਿ ਕੋਈ ਚਿੰਨ ਆਦਿ ਨਹੀਂ ਜਾਣਿਆ ਜਾਂਦਾ ਸੀ। ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ। ਉਦੋਂ ਦੱਸੋ ਕਿਸੇ ਪਦਾਰਥ ਦੇ ਮਿਲਣੇ ਕਰਕੇ
ਕਿਹਨੂੰ ਹਰਖ ਖੁਸ਼ੀ ਹੋਣੀ ਸੀ, ਕਿਸੇ ਦੇ ਵਿਛੜਨੇ ਕਰਕੇ ਕਿਹਨੂੰ ਸੋਗ ਹੋਣਾ ਸੀ। ਹਰਖ ਸੋਗ ਦੋਹਾਂ ਤੇ ਮੁਕਤ ਹੈ ਉਹ, ਕਿਹਨੂੰ ਲੱਗਣਾ ਸੀ, ਨਹੀਂ ਲੱਗਦਾ ਸੀ ਕਿਸੇ ਦੇ ਤਾਈਂ। ਜਦੋਂ ਕੋਈ ਸ੍ਰੇਸ਼ਟ ਬਜ਼ੁਰਗ ਚੜ੍ਹਾਈ ਕਰੇ, ਉਸ ਨੂੰ ਇਸ 21ਵੀਂ ਅਸ਼ਟਪਦੀ ਦਾ ਪਾਠ ਉਹਦੇ ਸਾਹਾਂ ਦੇ ਹੁੰਦਿਆਂ ਹੁੰਦਿਆਂ ਜ਼ਰੂਰ ਸੁਣਾਉਣਾ ਚਾਹੀਦਾ ਹੈ, ਤਾਂ ਕਿ ਉਹਦੀ ਸੁਰਤ ਵਾਹਿਗੁਰੂ 'ਚ ਲੱਗ ਜਾਵੇ। ਅਤੇ ਜੇ ਕੋਈ ਪ੍ਰਾਣੀ ਬਾਹਲਾ ਹੀ ਉਪੱਦਰ ਕਰਨ ਵਾਲਾ ਹੋਵੇ, ਉਹਦਾ ਅੰਤ ਦਾ ਸਮਾਂ ਆ ਜਾਏ, ਦੂਜੀ ਅਸ਼ਟਪਦੀ ਦਾ ਪਾਠ ਉਹਨੂੰ ਜ਼ਰੂਰ ਸੁਣਾ ਦੇਣਾ ਚਾਹੀਦਾ ਹੈ। ਜਬ ਜਬ ਆਪਨ ਆਪ ਆਪ ਪਾਰ ਬ੍ਰਹਮ। ਉਦੋਂ ਮਹਾਰਾਜ ਮੋਹ ਤਾਂ ਹੋਣਾ ਹੈ, ਭਰਮ ਤਾਂ ਹੋਣਾ ਹੀ ਹੈ। ਸਾਹਿਬ ਕਹਿੰਦੇ ਜਦੋਂ ਭਾਈ ਆਪਣਾ ਆਪ ਰੂਪ ਹੀ ਪਾਰ ਬ੍ਰਹਮ ਪਰਮੇਸ਼ਰ ਜੀਵ ਈਸ਼ ਦੇ ਭੇਦ ਤੋਂ ਰਹਿਤ ਸ਼ੁੱਧ ਸਰੂਪ ਆਪ ਹੀ ਹੈ, ਪਾਪਾਂ ਪੁੰਨਾਂ ਤੋਂ ਰਹਿਤ ਪਾਰ ਬ੍ਰਹਮ, ਤਬ ਮੋਹ ਕਹਾ ਕਿਸ ਹੋਵਤ ਭਰਮ। ਭਾਈ ਦੱਸੋ ਖਾਂ ਉਦੋਂ ਕਿਹਨੂੰ ਮੋਹ ਹੋਣਾ ਸੀ, ਕਿਹਨੂੰ ਸਰੂਪ ਦਾ ਭਰਮ ਪੈਣਾ ਸੀ। ਇਹ ਸੰਸਾਰ ਬਣੇ ਤੋਂ ਸਾਰੀਆਂ ਚੀਜ਼ਾਂ ਕਹੀਆਂ ਜਾ ਸਕਦੀਆਂ ਹਨ। ਆਪਨ ਖੇਲ ਆਪ ਵਰਤੀਜਾ। ਉਸ ਪਰਮੇਸ਼ਰ ਦਾ ਇਹ ਸੰਸਾਰ ਆਪ ਉਹਦਾ ਖੇਲ ਹੈ। ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਆਪ ਦਾ ਉਸ ਦਾ ਖੇਲ ਹੈ, ਆਪ ਹੀ ਵਰਤੀਜਾ ਵਰਤਾਉਣਾ ਕੀਤਾ ਹੈ। ਨਾਨਕ ਕਰਨੈ ਹਾਰ ਨਾ ਦੂਜਾ। ਜਿਸ ਦੇ ਪਰਲੋ ਕਰਨ ਵਾਲਾ ਵੀ ਸਤਿਗੁਰੂ ਜੀ ਕਹਿੰਦੇ ਕੋਈ ਦੂਸਰਾ ਨਹੀਂ, ਸਾਰਿਆਂ ਨੂੰ ਲੈ ਕਰਨ ਵਾਲਾ ਵੀ ਆਪ ਹੀ ਹੈ। ਜਬ ਹੋਵਤ ਪ੍ਰਭ ਕੇਵਲ ਧਨੀ। ਇਹ ਮਹਾਰਾਜ ਬੰਧਨ ਮੁਕਤ ਤਾਂ ਉਦੋਂ ਕਿਹਦੇ ਹੋਣਗੇ। ਸਾਹਿਬ ਕਹਿੰਦੇ ਜਦੋਂ ਕੇਵਲ ਪ੍ਰਭੂ ਇੱਕੋ ਇੱਕ ਧਨੀ ਮਾਲਕ ਪਰਮੇਸ਼ਰ ਹੀ ਹੋਵਤ ਹੁੰਦਾ ਆਇਆ ਹੈ, ਹੋਣੀ ਅੰਦਰ ਹੈ। ਤਬ ਬੰਧ ਮੁਕਤ ਕਹੋ ਕਿਸ ਕੋ ਗਨੀ। ਉਦੋਂ ਕਿਹਨੂੰ ਪਾਪਾਂ ਕਰਕੇ ਬੰਧਨ ਕਹੀਏ, ਕਿਹਨੂੰ ਗਿਆਨ ਕਰਕੇ ਮੁਕਤ ਕਹੀਏ। ਦੱਸੋ ਕਿਹਨੂੰ ਗਿਣ ਕੇ ਵਿਚਾਰ ਕੇ ਕਹੀਏ, ਨਹੀਂ ਕਹੀ ਜਾਂਦੀ। ਜਬ ਏਕ ਹੈ ਹਰ ਅਗਮ ਅਪਾਰ। ਜਦੋਂ ਇੱਕੋ ਹੀ ਭਾਈ ਹਰੀ ਮਨ ਦੀ ਗਮਤਾ ਤੋਂ ਪਰੇ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ। ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਦੋਂ ਕਿ ਆਨੰਦ ਕਰਮ ਹੀ ਨਹੀਂ ਕਰਦਾ, ਉਦੋਂ ਨਰਕ ਵਿੱਚ ਕਿਸੇ ਨੇ ਉਤਰਨਾ ਹੈ। ਜਦੋਂ ਸੁਕਾਮ ਕਰਮ ਨਹੀਂ ਕਰਦਾ, ਸਵਰਗ ਆਦਿਕਾਂ ਦੀ ਪ੍ਰਾਪਤੀ ਕੀ ਹੋਣੀ ਹੈ। ਕਹੋ ਹਾਂ ਕਿੰਨਾਂ ਦਾ ਇੱਥੇ ਅਵਤਾਰ ਜਨਮ ਹੋਵੇਗਾ, ਨਹੀਂ ਉਤਰਦੇ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ। ਮਹਾਰਾਜ ਜੀ ਸ਼ਿਵ ਸ਼ਕਤ ਤਾਂ ਉਦੋਂ ਹੋਣੇ ਹੀ ਹੈ। ਮਹਾਰਾਜ ਕਹਿੰਦੇ ਜਦੋਂ ਨਿਰਗੁਣ ਪ੍ਰਭੂ ਸਹਿਜੇ ਹੀ ਆਪਣੇ ਸੁਭਾਅ 'ਚ ਪ੍ਰਕਾਸ਼ਵਾਨ ਹੈ, ਤਬ ਸਿਵ ਸਕਤ ਕਹੋ ਕਿਤ ਠਾਏ। ਭਾਈ ਉੱਥੇ ਸ਼ਿਵ ਜੀ ਦੀ ਪੂਜਾ ਤੇ ਸ਼ਕਤ ਪਾਰਬਤੀ ਦੀ ਪੂਜਾ ਕਹੋ ਹਾਂ ਕਿਸ ਥਾਂ ਹੋਣੀ ਸੀ। ਉੱਥੇ ਨਾ ਸ਼ਿਵ ਜੀ ਪੈਦਾ ਹੋਇਆ, ਨਾ ਸ਼ਕਤੀ ਹੋਈ ਹੈ। ਉਹਦੀ ਪੂਜਾ ਕਿਹੜੀ ਥਾਂ ਹੋਣੀ ਸੀ, ਕਿਹੜੀ ਜਗ੍ਹਾ ਰਹਿਣਾ ਸੀ। ਸ਼ਿਵ ਸਤੋ ਗੁਣ, ਸਖਤ ਤਮੋ ਗੁਣ, ਵਿਚਾਲੋਂ ਲੈਣਾ ਰਜੋ ਗੁਣ, ਰਜੋ ਗੁਣ ਸਤੋ ਗੁਣ ਆਦਿ। ਦੱਸੋ ਕਿਹੜੇ ਥਾਂ ਰਹਿਣਾ ਸੀ। ਇਹ ਤਿੰਨੇ ਗੁਣ ਵੀ ਹੈ ਨਹੀਂ ਸੀ। ਜਦੋਂ ਨਿਰਾਕਾਰ ਸਰੂਪ ਆਪਣਾ ਆਪ ਰੂਪ ਹੈ, ਉਸ ਵੇਲੇ ਸ਼ਿਵ ਪੁਰਖ ਤੇ ਸਖਤ ਪ੍ਰਕਿਰਤੀ, ਪੁਰਖ ਤੇ ਪ੍ਰਕਿਰਤੀ ਕਹੋ ਹਾਂ ਕਿਹੜੀ ਜਗ੍ਹਾ ਰਹਿਣੇ ਸੀ। ਇਹ ਵੀ ਨਹੀਂ ਸਨ ਉਸ ਵਕਤ। ਸ਼ਿਵ ਸਖਤ ਜਿਹੜਾ ਦਵੰਦਵਾਦ ਹੈ, ਇਸਤਰੀ ਪੁਰਖ ਦਾ ਇਹ ਵੀ ਕਹੋ ਕਿੱਥੇ ਰਹਿਣਾ ਸੀ, ਕਿਸ ਜਗ੍ਹਾ 'ਚ। ਜਬ ਆਪਹਿ ਆਪ ਆਪਣੀ ਜੋਤ ਧਰੈ। ਜਦੋਂ ਆਪੇ ਪਰਮੇਸ਼ਰ ਆਪ ਆਪਣੀ ਜੋਤ ਹੀ ਆਪ ਦੇ ਪ੍ਰਕਾਸ਼ ਨੂੰ ਆਪ ਹੀ ਧਾਰਨ ਕਰ ਰਿਹਾ, ਪ੍ਰਕਾਸ਼ ਦੇ ਸਹਿਤ ਹੈ ਉਹ। ਤਬ ਕਵਨ ਨਿਡਰ ਕਵਨ ਕਤ ਡਰੈ। ਉਦੋਂ ਦੱਸੋ ਨਿਡਰ ਕਿਹਨੂੰ ਕਹਾਂਗੇ
ਤੇ ਕੌਣ ਕਿਸੇ ਦੇ ਪਾਸੋਂ ਡਰਦਾ ਕਹਾਂਗੇ। ਨਾ ਕੋਈ ਡਰਦਾ ਹੈ, ਨਾ ਨਿਡਰ ਰਹਿਣਾ ਬਣਦਾ ਹੈ। ਇਹ ਦਵੰਦਵਾਦ ਹੈ ਹੀ ਨਹੀਂ ਉਸ ਵਿੱਚ। ਆਪਨ ਚਲਤ ਆਪ ਕਰਨੈ ਹਾਰ। हे ਭਾਈ, ਉਸ ਦੇ ਆਪਣੇ ਚਲਿੱਤਰ ਹੈ, ਕੌਤਕ ਹੈ। ਆਪ ਹੀ ਕਰਨ ਵਾਲਾ ਹੈ ਪਰਮੇਸ਼ਰ। ਨਾਨਕ ਠਾਕੁਰ ਅਗਮ ਅਪਾਰ। ਸਤਿਗੁਰੂ ਜੀ ਕਹਿੰਦੇ ਉਹ ਠਾਕੁਰ ਪਰਮੇਸ਼ਰ ਮਨ ਦੀ ਗਮਤਾ ਤੋਂ ਪਰੇ ਹੈ, ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਭਾਈ। ਅਬਿਨਾਸੀ ਸੁਖ ਆਪਨ ਆਸਨ। ਇਹ ਨਾਸ਼ ਤੋਂ ਰਹਿਤ ਜਿਹੜਾ ਸੁਖ ਹੈ, ਆਪਣੇ ਆਪ ਦੇ ਸਰੂਪ ਵਿੱਚ ਉਹ ਆਸਨ ਇਹ ਸਥਿਤ ਸੀ। ਪਰਮੇਸ਼ਰ ਆਪਣੇ ਆਪ ਵਿੱਚ ਹੀ ਸਵੈ ਅਧ ਅਸ਼ਟਾਂਗ ਰੂਪ ਹੋ ਕੇ ਸੀ। ਜਦੋਂ ਉਤੇ ਉਹ ਬਿਨਾਸ਼ੀ ਨਾਸ਼ ਤੋਂ ਰਹਿਤ ਸੁਖ ਆਨੰਦ ਰੂਪ ਹੈ, ਉਹ ਆਪਣੇ ਆਪ ਵਿੱਚ ਆਪ ਹੀ ਸਥਿਤ ਹੈ। ਤਹਿ ਜਨਮ ਮਰਨ ਕਹੋ ਕਹਾ ਬਿਨਾਸਨ। ਉਥੇ ਮਹਾਰਾਜ ਜੰਮਣ ਮਰਨ ਦਾ ਮਸਲਾ ਹੋਵੇਗਾ। ਮਹਾਰਾਜ ਕਹਿੰਦੇ ਉਥੇ ਜੰਮਣਾ ਤੇ ਮਰਨਾ, ਤੇ ਕਹੋ ਤਾਂ ਕਿਸੇ ਦਾ ਬਿਨਾਸਣ। ਬਿਨਾ ਆਸਣ ਤੋਂ ਹੋਣਾ, ਬਿਨਾ ਭੋਜਨ ਤੋਂ ਆਸਾ ਤੋਂ ਰਹਿਤ ਹੋਣਾ। ਬਿਨਾਸ ਭਾਵ ਨੂੰ ਜਿਵੇਂ ਜਨਮ ਧਾਰ ਕੇ ਬਾਲਕ ਅਵਸਥਾ ਬਿਨਾਸ ਹੋ ਜਾਂਦੀ ਹੈ, ਬਾਲਕ ਦੇ ਅੱਗੇ ਕਿਸ਼ੋਰ ਅਵਸਥਾ, ਯੁਵਾ ਅਵਸਥਾ, ਬਿਰਧ ਅਵਸਥਾ, ਮੌਤ ਆਦਿਕ। ਇਹ ਜਿਹੜਾ ਜਨਮ ਦੇ ਵਿੱਚ ਪੈ ਕੇ ਗਰਭ ਦੇ ਵਿੱਚੋਂ ਨਿਕਲਣਾ ਹੈ, ਫਿਰ ਬਾਲਕ ਅਵਸਥਾ ਦਾ ਵਿਨਾਸ਼ ਹੋ ਜਾਣਾ ਹੈ, ਫਿਰ ਕਿਸ਼ੋਰ ਅਵਸਥਾ ਦਾ, ਫਿਰ ਯੁਵਾ ਅਵਸਥਾ ਦਾ, ਫਿਰ ਢਲਦੀ ਜਵਾਨੀ ਦਾ। ਇਹ ਜਿਹੜਾ ਵਿਨਾਸ਼ਣ ਤਬਦੀਲੀ ਹੋਣੀ ਹੈ, ਇਹ ਕਹੋ ਖਾਂ ਕਿਸ ਨੂੰ ਹੈ? ਨਹੀਂ ਹੁੰਦੀ ਕਿਸੇ ਪ੍ਰਕਾਰ। ਜਬ ਪੂਰਨ ਕਰਤਾ ਪ੍ਰਭ ਸੋਏ। ਜਦੋਂ ਪੂਰਨ ਸਰਬ ਦਾ ਕਰਤਾ ਪੁਰਖ ਆਪ ਹੀ, ਸੋ ਪ੍ਰਭੂ ਆਪਣੇ ਸੋਏ ਸੋਭਾ ਦੇ ਵਿੱਚ ਸੰਯੁਕਤ ਹੈ। ਤਬ ਜਮ ਕੀ ਤਰਾਸ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਉਥੇ ਜਮਾਂ ਦਾ ਡਰ ਵੀ ਰਹਿੰਦਾ ਹੋਊ। ਮਹਾਰਾਜ ਕਹਿੰਦੇ ਉਥੇ ਜਮਾਂ ਦੀ ਡਲੀ ਕਹੋ ਖਾਂ ਕਿਸ ਨੂੰ ਹੋਣੀ ਸੀ। ਜਬ ਅਬਗਤ ਅਗੋਚਰ ਪ੍ਰਭ ਏਕਾ। ਮਹਾਰਾਜ ਚਿੱਤਰਗੁਪਤ ਹਿਸਾਬ ਕਰਨ ਵਾਲੇ ਤਾਂ ਹੋਣਗੇ। ਹਜੂਰ ਕਹਿੰਦੇ ਜਬ ਅਵਗਤ ਵਿਅਕਤੀ ਤੋਂ ਰਹਿਤ ਪਰਮੇਸ਼ਰ, ਅਵਗਤ ਪ੍ਰਾਪਤ ਰੂਪ, ਅਵਗਤ ਵਿਸ਼ੇਸ਼ ਕਰਕੇ, ਗਤ ਗਿਆਨ ਸਰੂਪ ਜੋ ਹੈ, ਅਗੋਚਰ ਜੋ ਇੰਦਰੀਆਂ ਦੇ ਵਿਸ਼ੇ ਹੈ, ਜੋ ਇੱਕੋ ਇੱਕ ਪ੍ਰਭੂ ਸਮਰੱਥ ਹੈ। ਤਬ ਚਿੱਤਰ ਗੁਪਤ ਕਿਸ ਪੂਛਤ ਲੇਖਾ। ਭਾਈ ਉਦੋਂ ਚਿੱਤਰ ਗੁਪਤ ਘੜੇ ਹੀ ਨਹੀਂ ਸੀ, ਜਿਹੜਾ ਚਿੱਤ ਦੇ ਅੰਦਰ ਚਿਤਰੀ ਜਾਂਦੇ ਗੁਪਤ ਸੰਕਲਪਾਂ ਨੂੰ। ਐਸਾ ਚਿੱਤਰ ਗੁਪਤ, ਇਸ ਦਾ ਉਹ ਲੇਖਾ ਪੁੱਛਦੇ ਸਨ, ਕੋਈ ਪੁੱਛਣ ਵਾਲਾ ਨਹੀਂ ਸੀ। ਜਬ ਨਾਥ ਨਿਰੰਜਨ ਅਗੋਚਰ ਅਗਾਧੇ। ਇਹ ਸੱਚੇ ਪਾਤਸ਼ਾਹ ਜੀ ਬੰਧਨ ਤਾਂ ਹੋਣਗੇ ਹੀ, ਬੰਧਨਾਂ 'ਚ ਜੀ ਵੱਜ ਜਾਂਦੇ ਹੋਣਗੇ। ਤਾਂ ਹਜੂਰ ਨੇ ਫਰਮਾਇਆ, ਹਜੂਰ ਕਹਿੰਦੇ ਨੇ ਉਦੋਂ ਭਾਈ ਨਾਥ ਸੁਆਮੀ ਪਰਮੇਸ਼ਰ ਨਿਰੰਜਨ ਮਾਇਆ ਰੂਪੀ ਕਾਲਖ ਤੋਂ ਰਹਿਤ, ਮਾਇਆ ਰੂਪੀ ਸੂਰਮੇ ਤੋਂ ਅਤੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਸਰੂਪ ਹੈ। ਸ਼ਬਦ ਸਪਰਸ਼ ਰਸ ਗੰਧ ਦਾ ਵਿਸ਼ਾ ਨਹੀਂ, ਅਗਾਧੇ ਡੂੰਘਾ ਸਰੂਪ ਹੈ, ਓਛਾ ਪੁਣਾ ਨਹੀਂ, ਜਿਸ ਵਿੱਚ ਉਹ ਲੱਖਾਂ ਪਤਾਲਾਂ ਦਾ ਪਤਾਲ ਰੂਪ ਹੈ। ਤਬ ਕੌਣ ਛੁੱਟੇ ਕੌਣ ਬੰਧਨ ਬਾਧੇ। ਤਿਸ ਵੇਲੇ ਕੌਣ ਛੁੱਟਦੇ ਸਨ ਤੇ ਕੌਣ ਬੰਧਨਾਂ 'ਚ ਵੱਜਦੇ ਸਨ। ਉਦੋਂ ਹਰੀ ਅਦਵੈਤ ਆਪੇ ਆਪ ਹੈ, ਨਾ ਕਿਸੇ ਦਾ ਬੰਧਨ ਹੈ ਤੇ ਨਾ ਕਿਸੇ ਦਾ ਛੁੱਟਣਾ ਹੈ। ਆਪਨ ਆਪ ਆਪ ਹੀ ਅਚਰਜਾ। ਆਪਣਾ ਆਪ ਰੂਪ ਜੀਵ ਈਸ਼ ਰੂਪ ਧਾਰਨ ਕਰਨ ਵਾਲਾ ਵੀ ਆਪ ਹੀ ਹੈ। ਆਪ ਹੀ ਨਿਰਗੁਣ ਸਰੂਪ ਜੋ ਹੈ ਸਾਰਿਆਂ ਦਾ, ਆਤਮਾ ਅਚਰਜ ਵਿਸਮਾਦ ਰੂਪ ਹੈ। ਆਪਣਾ ਆਪ ਰੂਪ ਪਿੱਛੇ ਸੀ, ਆਪਣਾ ਆਪ ਰੂਪ ਹੁਣ ਹੈ, ਆਪਣਾ ਆਪ ਰੂਪ ਅੱਗੇ ਨੂੰ ਵੀ ਅਚਰਜ ਰੂਪ ਹੋਵੇਗਾ, ਵਿਸਮਾਦ ਰੂਪ।
ਨਾਨਕ ਆਪਨ ਰੂਪ ਆਪ ਹੀ ਉਪਰਜਾ। ਆਪ ਹੀ ਉਪਰਜਾ, ਉਸਨੇ ਆਪਣੇ ਰੂਪ ਵਿੱਚੋਂ ਆਪ ਹੀ ਸ੍ਰਿਸ਼ਟੀ ਰੂਪ ਪੈਦਾ ਕੀਤਾ। ਸੱਚੇ ਪਾਤਸ਼ਾਹ ਨੇ ਮਹਾਪਰਲੋ ਦੇ ਤਾਈਂ ਵੀ ਉਤਪੰਨ ਕਰਨ ਵਾਲਾ ਆਪ ਹੀ ਸੀ ਉੱਥੇ। ਹੋਰ ਕੌਣ ਸੀ ਜਿਸ ਹੁਣ ਸ੍ਰਿਸ਼ਟੀ ਪੈਦਾ ਕੀਤੀ ਹੈ, ਜਿਹੜਾ ਹੁਣ ਆਪ ਪਾਲਣਾ ਕਰ ਰਿਹਾ ਹੈ। ਉਹ ਇੱਕੋ ਭਾਈ ਪਰਲੋ ਦੇ ਸਮੇਂ ਵੀ ਆਪ ਹੀ ਉਪਰਜਨ ਕਰਦਾ ਹੈ, ਉਤਪੰਨ ਕਰਦਾ ਹੈ। ਜਹ ਨਿਰਮਲ ਪੁਰਖ ਪੁਰਖ ਪਦ ਹੋਤਾ। ਇਹ ਮਹਾਰਾਜ ਉੱਥੇ ਮੈਲ ਵਾਲੇ ਤੇ ਨਿਰਮਲ ਹੋਣਗੇ, ਮੈਲ ਧੋਣ ਵਾਲੇ। ਭਾਈ ਜਿੱਥੇ ਨਿਰਮਲ ਉਜਲ ਹੈ, ਪਾਪਾਂ ਦੀ ਮੈਲ ਤੋਂ ਰਹਿਤ ਪੁਰਖ ਜਿਤਨੇ ਹਨ ਜੀਵ, ਇਹਨਾਂ ਪੁਰਖਾਂ ਦਾ ਪਦ ਈਸ਼ਵਰ ਆਦਿਕ ਇਹ ਨਾਮ ਭਾਵੇਂ ਮਾਇਆ ਸਬਲ ਦੁਆਰਾ ਕਹਿ ਰਹੇ ਹਾਂ, ਪਰ ਸ਼ੁੱਧ ਦੇ ਵਿਨਾਇਕ ਹਨ ਸਾਰੇ ਨਾਮ। ਜਿੱਥੇ ਨਿਰਮਲ ਉਜਲ ਤੋਂ ਉਜਲ ਪੂਰਨ ਪਰਮੇਸ਼ਰ ਪੁਰਖਾਂ ਦਾ ਪਤੀ ਆਪ ਹੀ ਹੁੰਦਾ ਹੈ। ਤਹਿ ਬਿਨ ਮੈਲ ਕਹੋ ਕਿਆ ਧੋਤਾ। ਉਥੇ ਮੈਲ ਤੋਂ ਬਿਨਾ ਨਿਰਮਲ ਕੌਣ ਹੈ, ਤੇ ਕਹੋ ਖਾਂ ਕੌਣ ਮੈਲ ਨੂੰ ਧੋਣ ਵਾਲਾ ਹੈ। ਜਹ ਨਿਰੰਜਨ ਨਿਰੰਕਾਰ ਨਿਰਬਾਨ। ਜਿੱਥੇ ਨਿਰੰਜਨ ਸ਼ੁੱਧ ਮਾਇਆ ਕਾਢ ਤੋਂ ਰਹਿਤ, ਨਿਰੰਕਾਰ ਨਾਇਕੀ ਆਕਾਰਾਂ ਤੋਂ ਰਹਿਤ, ਤ੍ਰਿਗੁਣ ਅਤੀਤ ਨਿਰਵਾਨ ਬੰਧਨਾਂ ਤੋਂ ਰਹਿਤ ਬ੍ਰਹਮ ਹੈ। ਤਹ ਕੌਣ ਕਉ ਮਾਨ ਕੌਣ ਅਭਿਮਾਨ। ਉਥੇ ਭਾਈ ਕਿਹਦਾ ਮਾਣ ਸਤਿਕਾਰ ਕਰਨਾ ਹੈ ਤੇ ਕਿਹਦਾ ਹੰਕਾਰ ਕਰਨਾ ਹੈ ਕਿ ਮੇਰੇ 'ਚ ਇੰਨੇ ਗੁਣ ਹੈ, ਮੇਰੇ 'ਚ ਇੰਨੀ ਵਡਿਆਈ ਹੈ। ਨਾ ਹਿਰਦੇ 'ਚ ਹੰਕਾਰ ਪੁਣਾ ਹੈ ਉੱਥੇ, ਨਾ ਮਾਣ ਸਤਿਕਾਰ ਦੀ ਭੁੱਖ ਹੈ ਉੱਥੇ। ਜਹ ਸਰੂਪ ਕੇਵਲ ਜਗਦੀਸ਼। ਜਿੱਥੇ ਕੇਵਲ ਇੱਕੋ ਇੱਕ ਜਗਤ ਈਸ਼ਵਰ ਪਰਮੇਸ਼ਰ ਦਾ ਹੀ ਸਰੂਪ ਹੈ। ਤਹ ਛਲ ਛਿਦਰ ਲਗਤ ਕਹੋ ਕੀਸ। ਉਥੇ ਮਹਾਰਾਜ ਛਲ ਤੇ ਦੋਸ਼ ਤਾਂ ਹੋਣੇ ਹੀ ਆ। ਮਹਾਰਾਜ ਕਹਿੰਦੇ ਉਥੇ ਛਲ ਕਿਸੇ ਨੇ ਕਰਨਾ ਕੀ ਸੀ, ਤੇ ਛਿਦਰ ਦੋਸ਼ ਕਿਸੇ ਨੇ ਕੀ ਰੋਕਣੇ ਸੀ। ਕਹੋ ਤਾਂ ਕਿਸ ਦੇ ਤਾਈਂ ਛਲ ਛਿਦਰ ਲੱਗਦੇ ਆ। ਜਹ ਜੋਤ ਸਰੂਪੀ ਜੋਤ ਸੰਗ ਸਮਾਵੈ। ਜਿੱਥੇ ਜੋਤ ਸਰੂਪੀ ਸਵੈ ਪ੍ਰਕਾਸ਼ ਸਰੂਪ ਬ੍ਰਹਮ ਆਪਣੀ ਜੋਤ ਦੇ ਨਾਲ ਹੀ ਸਾਰੇ ਵਿਆਪਕ ਹੈ, ਸਮਾਇਆ ਹੋਇਆ ਹੈ। ਜਿੱਥੇ ਜੋਤੀ ਸਰੂਪ ਪਰਤਕ ਜੋਤਾਂ ਜਿੰਨੀਆਂ ਸਾਰੀਆਂ ਉਸੇ ਅਦਵੈਤਾ ਆਨੰਦ 'ਚ ਮਿਲ ਕੇ ਸਮਾ ਜਾਂਦੀਆਂ ਹਨ। ਤਹ ਕਿਸ ਹੈ ਭੂਖ ਕਵਨ ਤ੍ਰਿਪਤਾਵੈ। ਉਥੇ ਕਿਸ ਨੂੰ ਕੀ ਆਸਾ, ਕਿਸੇ ਪਦਾਰਥ ਦੀ ਭੁੱਖ ਹੈ, ਤੇ ਕੌਣ ਕਿਸੇ ਨੂੰ ਤ੍ਰਿਪਤੀ ਕਰਨ ਵਾਲਾ ਹੈ। ਨਾ ਆਸਾ ਹੈ, ਨਾ ਆਸਾ ਦੀ ਨਿਵਰਤੀ ਰੂਪ ਤ੍ਰਿਪਤੀ ਹੈ। ਕਰਨ ਕਰਾਵਨ ਕਰਨੈ ਹਾਰ। ਜਿੰਨੇ ਸਾਰੇ ਜਗਤ ਦੇ ਕਾਰਨ ਮੰਨੇ ਆ, ਇਹਨਾਂ ਨੂੰ ਕਰਾਉਣ ਵਾਲਾ ਤੇ ਕਰਨ ਵਾਲਾ ਵੀ ਆਪ ਹੈ, ਤੇ ਕਰਾਉਣ ਵਾਲਾ ਵੀ ਇਹਨਾਂ ਤੋਂ ਪ੍ਰੇਰ ਕੇ ਆਪ ਹੀ ਹੈ। ਨਾਨਕ ਕਰਤੇ ਕਾ ਨਾਹਿ ਸੁਮਾਰ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਉਸ ਕਰਤੇ ਪੁਰਖ ਦਾ ਸੁਮਾਰ ਜੁਗਤੀ ਨਹੀਂ ਕਿਸੇ ਪ੍ਰਕਾਰ ਦੀ ਕੋਈ ਕਰ ਸਕਦਾ। ਜਬ ਆਪਣੀ ਸੋਭਾ ਆਪਨ ਸੰਗ ਬਣਾਈ। ਜਦੋਂ ਹਜੂਰ ਨੇ ਆਪ ਦੀ ਸੋਭਾ ਜਿਹੜੀ ਵਡਿਆਈ ਹੈ ਆਪ ਦੇ ਸਾਥ ਹੀ ਸਵੈ ਮਹਿਮਾ ਦੇ ਤਹਿਤ ਆਪ ਹੀ ਬਣਾਈ ਹੋਈ ਹੈ। ਤਬ ਕਵਨ ਮਾਇ ਬਾਪ ਮਿੱਤਰ ਸੁਤ ਭਾਈ। ਤਦੋਂ ਕਿਹਨੂੰ ਮਾਂ ਕਹੀਏ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ। ਕਿਹੜੀ ਉਹਦੀ ਮਾਂ ਕਹੀਏ, ਕਿਹੜਾ ਉਹਦਾ ਬਾਪੂ ਕਹੀਏ, ਕਿਹੜੇ ਉਹਦੇ ਮਿੱਤਰ ਕਹੀਏ, ਪੁੱਤਰ ਕੌਣ ਕਹੀਏ, ਭਰਾ ਕੌਣ ਕਹੀਏ। ਅਵਤਾਰਾਂ ਦੇ ਭਰਾ ਪੁੱਤਰ ਭਾਈ ਤਾਂ ਹੈਨਗੇ, ਉਸ ਨਿਰਗੁਣ ਸਰੂਪ ਦੇ ਮਾਤਾ ਬਾਪ ਆਦਿਕ ਮਿੱਤਰ ਤੇ ਪੁੱਤਰ ਭਾਈ ਕੋਈ ਕਹਿਣੇ ਨਹੀਂ ਬਣਦੇ। ਜਹ ਸਰਬ ਕਲਾ ਆਪਹਿ ਪਰਬੀਨ। ਜਿੱਥੇ ਸਾਰੀਆਂ ਸ਼ਕਤੀਆਂ ਕਰਕੇ ਆਪ ਹੀ ਪਰਬੀਨ ਚਤੁਰ ਹੈ, ਅੰਤਰਜਾਮੀ ਹੈ। ਤਹ ਬੇਦ ਕਤੇਬ ਕਹਾ ਕਉ ਚੀਨ। ਉਥੇ ਦੱਸੋ ਚਾਰ ਵੇਦ ਜਿਹੜੇ ਹੈ
ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਤੇ ਕਤੇਬ ਮੁਸਲਮਾਨਾਂ ਦੀਆਂ 4 ਕਿਤਾਬਾਂ ਜਿਹੜੀਆਂ ਅੰਜੀਲ, ਤੁਰੇਤ, ਕੁਰਾਨ ਤੇ ਜੰਬੂਰ ਆਦਿਕ, ਇਹ ਦੱਸੋ ਇਹ ਕਿਤਾਬਾਂ ਉੱਥੇ ਕਿੱਥੇ ਰਹਿਣੀਆਂ ਤੇ ਕੌਣ ਹੈ ਉਹਨਾਂ ਨੂੰ ਚੀਨਣ ਭਾਵ ਜਾਣਨ ਵਾਲਾ। ਜਬ ਆਪਨ ਆਪ ਆਪ ਉਰ ਧਾਰੈ, ਜਦੋਂ ਉਹਨੂੰ ਆਪ ਹੀ ਆਪਣੇ ਹਿਰਦੇ ਦੇ ਅੰਦਰ ਆਪਣੇ ਸਰੂਪ ਨੂੰ ਧਾਰਨ ਕੀਤਾ ਹੋਇਆ, ਤਉ ਸਗਨ ਅਪਸਗਨ ਕਹਾ ਵਿਚਾਰੈ, ਉਥੇ ਕੋਈ ਜੀ ਆਹ ਬੜਾ ਸ਼ਗਨ ਹੋਇਆ, ਇਸ ਨੂੰ ਆਹ ਅਪਸ਼ਗਨ ਹੋ ਗਿਆ। ਕੁੱਤੇ ਦੇ ਕੰਨ ਫਰਕੇ ਆ, ਸੋ ਉਥੇ ਕੋਈ ਸ਼ਗਨ ਹੋਣਾ ਅਤੇ ਅਪਸ਼ਗਨ ਹੋਣੇ ਕਹੋ ਤਾਂ ਕੀ ਵਿਚਾਰ ਹੁੰਦੀ ਹੈ। ਜੋਤਸ਼ੀ ਵਿਦਿਆ ਦੀ ਉਥੇ ਵਿਚਾਰ ਨਹੀਂ ਹੈ। ਜਹ ਆਪਨ ਊਚ ਆਪਨ ਆਪ ਨੇਰਾ, ਇੱਥੇ ਅਸੀਂ ਨੇਰਾ ਸ਼ਬਦ ਨੂੰ ਭਾਰਾ ਕਰਕੇ ਨਹੀਂ ਪੜ੍ਹਨਾ। ਜੇ ਇਸ ਨੂੰ ਅਸੀਂ ਭਾਰਾ ਕਰਕੇ ਪੜ੍ਹਾਂਗੇ, ਇਸ ਦਾ ਵਾਚਕ ਹਨੇਰੇ ਨਾਲ, ਕਾਲੀ ਬੋਲੀ ਰਾਤ ਨਾਲ ਹੋ ਜਾਵੇਗਾ। ਪਰ ਇੱਥੇ ਨੇਰੇ ਦਾ ਵਾਚਕ ਹੈ ਨੇੜੇ, ਨੇੜਾ ਭਾਵ ਦੂਰ ਤੇ ਨੇੜਾ ਜਿਵੇਂ ਕਹੀਦਾ, ਇੱਥੇ ਉਹ ਨੇੜਾ ਹੈ। ਕਹਿੰਦੇ ਜਹ ਆਪਨ ਊਚ ਆਪਨ ਆਪ ਨੇਰਾ, ਕਹਿੰਦੇ ਜਿੱਥੇ ਆਪਣਾ ਆਪ ਹੀ ਉੱਚਾ ਤਿੰਨਾਂ ਗੁਣਾਂ ਤੋਂ ਅਤੀਤ ਹੈ, ਆਪਣਾ ਆਪ ਆਤਮਾ ਹੋਣੇ ਕਰਕੇ ਨੇੜਾ ਹੈ, ਭਾਵ ਨੇਰਾ ਨਿਰਣਾ ਕੀਤਾ ਹੈ। ਤਹ ਕੌਣ ਠਾਕੁਰ ਕੌਣ ਕਹੀਐ ਚੇਰਾ, ਜਿੱਥੇ ਕੌਣ ਠਾਕੁਰ ਈਸ਼ਰ ਸੁਆਮੀ ਕਹੀਏ, ਕੌਣ ਚੇਰਾ ਜੀਵ ਕਹੀਏ। ਜੀਵ ਤੇ ਈਸ਼ ਦਾ ਭੇਦ ਕਹਿਣਾ ਨਹੀਂ ਬਣਦਾ ਹੈ ਉੱਥੇ। ਬਿਸਮਨ ਬਿਸਮ ਰਹੇ ਬਿਸਮਾਦ, ਉਦਾਂ ਜਿਨ੍ਹਾਂ ਨੇ ਮਨ ਦੇ ਵਿਸ਼ਿਆਂ ਨੂੰ ਰੋਕਿਆ ਹੈ, ਬਿਸਮਨ ਵਿਸ਼ੇਸ਼ ਕਰਕੇ ਨਾਸ਼ ਕੀਤਾ ਹੈ, ਉਹ ਰਹੇ ਬਿਸਮਾਦ ਅਸਚਰਜ ਰੂਪ ਹੀ ਹੋ ਰਹੇ ਆ। ਉਹ ਬਿਸਮਨ ਅਸਚਰਜ ਰੂਪ ਜੋ ਪਰਮੇਸ਼ਰ ਅਸਚਰਜ ਤੋਂ ਅਸਚਰਜ ਹੈ, ਆਪਣੇ ਵਿਸਮਾਦ ਅਸਚਰਜ ਸਰੂਪ ਵਿੱਚ ਹੀ ਇਹ ਸਥਿਤ ਹੋ ਰਿਹਾ ਹੈ। ਨਾਨਕ ਆਪਣੀ ਗਤ ਜਾਣੋ ਆਪ, ਹਜੂਰ ਕਹਿੰਦੇ ਹਨ ਉੱਥੇ ਆਪਣੀ ਗਤ ਮਰਿਆਦਾ ਨੂੰ, ਰੀਤੀ ਨੂੰ ਆਪ ਹੀ ਮਹਾਰਾਜ ਜਾਣਦੇ ਹਨ। ਸੋ ਸਾਧ ਸੰਗਤ ਜੀ, ਇਹ ਸੀ 21ਵੀਂ ਅਸ਼ਟਪਦੀ ਦੀ 5ਵੇਂ ਪਦੇ ਤੱਕ ਵਿਚਾਰ। ਸੋ ਅੱਜ ਥੋੜ੍ਹੀ ਜਿਹੀ ਵਿੱਚੋਂ ਤਰੁਟੀ ਹੋਈ ਹੈ, ਜਿਵੇਂ ਸਤਿਗੁਰੂ ਨੂੰ ਭਾਉਂਦਾ ਹੈ। ਕਲਯੁਗ ਦਾ ਬਹੁਤ ਜ਼ੋਰ ਹੈ, ਸੋ ਸਤਿਗੁਰੂ ਕਿਰਪਾ ਕਰਨ, ਕਿਉਂਕਿ ਰਿਕਾਰਡਿੰਗ ਕਰਦਿਆਂ ਰਿਕਾਰਡਰ ਦੇ ਸੈੱਲ ਸਨ ਜੋ ਉਹ ਵਿੱਚੇ ਹੀ ਖਤਮ ਹੋ ਗਏ। ਹੁਣ ਇਹ ਆਡੀਓ ਸੁਣ ਕੇ ਹੀ ਪਤਾ ਚੱਲੇਗਾ, ਕਿਉਂਕਿ ਆਡੀਓ ਦੁਬਾਰਾ ਟੁੱਟ ਕੇ ਦੁਬਾਰਾ ਜੋੜੀ ਦੁਬਾਰਾ ਸ਼ੁਰੂ ਹੋਈ ਹੈ। ਇਸ ਦੀ ਅਸੀਂ ਗਲਤੀ ਔਰ ਮਾਫੀ ਚਾਹੁੰਦੇ ਹਾਂ। ਜੇਕਰ ਕਿਤੇ ਆਪ ਜੀ ਨੂੰ ਇਹ ਕਥਾ ਸੁਣਦਿਆਂ ਇੱਥੋਂ 21ਵੀਂ ਅਸ਼ਟਪਦੀ ਦੀ ਵਿਚਾਰ ਸੁਣਦਿਆਂ ਕੋਈ ਮਿਸਟੇਕ ਹੋਵੇ, ਸੋ ਦਾਸ ਨਾਲ ਆਪ ਜੀ ਨੇ ਉਹ ਵਿਚਾਰ ਸਾਂਝੇ ਕਰਨੇ ਹਨ। ਸੋ ਕੋਸ਼ਿਸ਼ ਕਰਾਂਗੇ ਪੂਰੀ ਕਿ ਜਿੱਥੋਂ ਲੜੀ ਟੁੱਟੀ ਸੀ ਉੱਥੋਂ ਹੀ ਦੁਬਾਰਾ ਇਸ ਆਡੀਓ ਨੂੰ ਉਹ ਕਥਾ ਨਾਲ ਜੋੜਿਆ ਜਾਵੇ। ਸੋ ਸਤਿਗੁਰੂ ਕਿਰਪਾ ਕਰਨ, ਫਿਰ ਵੀ ਕੋਈ ਤਰੁਟੀ ਰਹਿ ਜੇ, ਅਸੀਂ ਇਨਸਾਨ ਆ, ਇਨਸਾਨ ਦਾ ਕੰਮ ਹੈ ਗਲਤੀਆਂ ਕਰਨਾ, ਇਨਸਾਨ ਕੋਲੋਂ ਗਲਤੀਆਂ ਸੁਭਾਵਿਕ ਹੋ ਜਾਂਦੀਆਂ ਹਨ। ਸੋ ਗੁਰਬਾਣੀ ਸਾਹਿਬ ਜੀ ਨੂੰ ਪੜ੍ਹਦਿਆਂ ਵਿਚਾਰ ਕਰਦਿਆਂ ਏਕ ਨਹੀਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋ ਜਾਂਦੀਆਂ ਹਨ। ਆਪ ਸਾਧ ਸੰਗਤ ਜੀ ਨੇ ਬਖਸ਼ ਲੈਣਾ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ ਲੈਣ। ਆਓ 21ਵੀਂ ਅਸ਼ਟਪਦੀ ਦੀ ਜਿੱਥੇ ਅਸੀਂ ਵਿਚਾਰ ਛੱਡੀ ਹੈ ਕਰਕੇ ਉੱਥੋਂ ਅਸੀਂ 2 ਪੰਕਤੀਆਂ ਦਾ ਗਾਇਨ ਕਰ ਲਈਏ, ਸਰਵਣ ਕਰੀਏ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।